ਪਤਰਸ ਦੀ ਪਹਿਲੀ ਪੱਤਰੀ। ਜਦ ਪਤਰਸ ਯਿਸੂ ਦਾ ਚੇਲਾ ਬਣਿਆ ਤਾਂ ਉਸ ਦਾ ਨਾਮ ਸ਼ਿਮੌਨ ਜਾਂ ਸ਼ਿਮਿਓਨ ਸੀ ਅਤੇ ਉਹ 12 ਚੇਲਿਆਂ ਵਿਚਲੇ ਅੰਦਰੂਨੀ ਸਮੂਹ ਦਾ ਹਿੱਸਾ ਸੀ। ਜਦ ਉਸਨੇ ਹੀ ਇਕਰਾਰ ਕੀਤਾ ਕਿ ਯਿਸੂ ਹੀ ਮਸੀਹ ਹੈ, ਯਿਸੂ ਨੇ ਉਸ ਦਾ ਨਾਮ ਕੈਫਾ ਰੱਖ ਦਿੱਤਾ, ਜੋ ਅਰਾਮੀ ਭਾਸ਼ਾ ਅਨੁਸਾਰ ਇੱਕ ਪੱਥਰ ਹੈ, ਜਿਸ ਦਾ ਬਾਅਦ ਵਿੱਚ ਯੂਨਾਨੀ ਭਾਸ਼ਾ ਵਿੱਚ ਅਨੁਵਾਦ ਪ੍ਰੇਟੋਸ ਜਾਂ ਪਤਰਸ ਕੀਤਾ ਗਿਆ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਚੇਲਿਆਂ ਦਾ ਆਗੂ ਹੋਵੇਗਾ ਅਤੇ ਯਰੂਸ਼ਲਮ ਦੇ ਸ਼ੁਰੂਆਤੀ ਸਮੇਂ ਦੇ ਦੌਰਾਨ ਮਸੀਹੀ ਸਮਾਜ ਦਾ ਮਾਰਗਦਰਸ਼ਨ ਕਰੇਗਾ ਅਤੇ ਇੰਜ ਹੀ ਹੋਇਆ। ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ ਪਹਿਲੇ ਅਧਿਆਇਆਂ ਨੂੰ ਯਾਦ ਕਰੋ। ਬਾਅਦ ਵਿੱਚ ਪਤਰਸ ਨੂੰ ਇਸਰਾਇਲ ਦੀਆਂ ਹੱਦਾਂ ਤੋਂ ਵੀ ਦੂਰ ਯਿਸੂ ਦੀ ਖੁਸ਼ਖਬਰੀ ਦੇ ਪ੍ਰਸਾਰ ਲਈ ਬੁਲਾਇਆ ਗਿਆ ਅਤੇ ਇਹ ਪੱਤਰੀ ਵਿਸ਼ਾਲ ਰੋਮੀ ਜਗਤ ਵਿੱਚ ਉਸ ਮਿਸ਼ਨ ਲਈ ਲਿਖੀ ਗਈ ਸੀ। ਇਸ ਪੱਤਰੀ ਦੇ ਅੰਤਿਮ ਸਿੱਟੇ ਵਿੱਚ ਅਸੀਂ ਵੇਖਦੇ ਹਾਂ ਕਿ ਪਤਰਸ ਰੋਮ ਵਿੱਚ ਹੈ, ਜਿਸ ਨੂੰ ਉਹ ਬਾਬੁਲ ਕਹਿੰਦਾ ਹੈ। ਅਸੀਂ ਇਹ ਸਿੱਖਦੇ ਹਾਂ ਕਿ ਇਹ ਪੱਤਰੀ ਪਤਰਸ ਦੁਆਰਾ ਜਾਰੀ ਕੀਤੀ ਗਈ ਸੀ, ਪਰ ਅਸਲ ਵਿੱਚ ਇਸ ਨੂੰ ਸਿਲਵਾਨੂਸ ਨਾਮ ਦੇ ਇੱਕ ਵਿਅਕਤੀ ਦੁਆਰਾ ਲਿਖਿਆ ਗਿਆ ਸੀ, ਜੋ ਪਤਰਸ ਦਾ ਸਹਿਕਰਮੀ ਸੀ। ਇਹ ਪੱਤਰੀ ਆਸੀਆ ਮਾਈਨਰ ਦੇ ਰੋਮੀ ਪ੍ਰਾਂਤ ਵਿੱਚ ਕਈ ਸਾਰੇ ਕਲੀਸਿਆਈ ਸਮੂਹਾਂ ਨੂੰ ਭੇਜੀ ਗਈ ਸੀ, ਜੋ ਵਰਤਮਾਨ ਸਮੇਂ ਵਿੱਚ ਤੁਰਕੀ ਹੈ। ਅਤੇ ਪਤਰਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜ਼ਿਆਦਾਤਰ ਗੈਰ ਯਹੂਦੀ ਮਸੀਹਾਂ ਨੂੰ ਬਹੁਤ ਸਤਾਇਆ ਜਾ ਰਿਹਾ ਸੀ। ਉਹ ਆਪਣੇ ਰੋਮੀ ਅਤੇ ਯੂਨਾਨੀ ਗੁਆਂਢੀਆਂ ਤੋਂ ਕਸ਼ਟ ਅਤੇ ਵਿਰੋਧ ਦਾ ਸਾਹਮਣਾ ਕਰ ਰਹੇ ਸਨ। ਇਸ ਲਈ ਪਤਰਸ ਨੇ ਇਹ ਪੱਤਰੀ ਉਹਨਾਂ ਨੂੰ ਇਹਨਾਂ ਕਸ਼ਟਾਂ ਵਿੱਚ ਵੀ ਉਤਸ਼ਾਹਿਤ ਕਰਨ ਲਈ ਲਿਖੀ ਅਤੇ ਇਹ ਪੱਤਰੀ ਦੀ ਰਚਨਾ ਅਤੇ ਇਸ ਦੇ ਮੁੱਖ ਵਿਸ਼ਿਆਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਇਹ ਦੁਆ ਸਲਾਮ ਨਾਲ ਸ਼ੁਰੂ ਹੁੰਦੀ ਹੈ ਅਤੇ ਫਿਰ ਪਰਮੇਸ਼ਵਰ ਦੀ ਵਡਿਆਈ ਦੀ ਕਵਿਤਾ ਨਾਲ ਅੱਗੇ ਵਧਦੀ ਹੈ, ਜੋ ਇਸ ਪੱਤਰੀ ਦੇ ਮੁੱਖ ਵਿਸ਼ਿਆਂ ਦੀ ਜਾਣਕਾਰੀ ਦਿੰਦੀ ਹੈ। ਇੱਥੇ ਉਹ ਇਹਨਾਂ ਸਤਾਏ ਜਾ ਰਹੇ ਮਸੀਹਾਂ ਨੂੰ ਇੱਕ ਨਵੇਂ ਘਰਾਣੇ ਦੀ ਪਹਿਚਾਣ ਦਿੰਦਾ ਹੈ। ਇਹ ਪਹਿਚਾਣ ਉਹਨਾਂ ਦੀ ਮਦਦ ਕਰੇਗੀ ਕਿ ਉਹ ਦੁੱਖ ਉਠਾਉਣ ਨੂੰ ਯਿਸੂ ਦੇ ਗਵਾਹ ਹੋਣ ਦਾ ਮਾਰਗ ਸਮਝਣ ਅਤੇ ਉਹ ਯਿਸੂ ਦੇ ਮੁੜ ਆਮਦ ਦੀ ਆਸ ਤੇ ਆਪਣਾ ਧਿਆਨ ਕੇਂਦਰਿਤ ਕਰਨ। ਆਓ ਇਸ ਦੀ ਗਹਿਰਾਈ ਵਿੱਚ ਖੋਜ ਕਰੀਏ। ਤੁਸੀਂ ਵੇਖੋਗੇ ਕਿ ਕਿਵੇਂ ਸਾਰੀਆਂ ਗੱਲਾਂ ਮਿਲ ਕੇ ਕੰਮ ਕਰਦੀਆਂ ਹਨ। ਪਤਰਸ ਇਹਨਾਂ ਕਲੀਸਿਆਵਾਂ ਨੂੰ ਦੁਆ ਸਲਾਮ ਕਰਦਾ ਹੋਇਆ ਪੱਤਰੀ ਦਾ ਆਰੰਭ ਕਰਦਾ ਹੈ, ਜੋ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਹਨ ਅਤੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ। ਹੁਣ ਪਤਰਸ ਪੂਰੀ ਪੱਤਰੀ ਵਿੱਚ ਸਪਸ਼ਟ ਕਰਦਾ ਹੈ ਕਿ ਉਹ ਜਿਨ੍ਹਾਂ ਮਸੀਹਾਂ ਨੂੰ ਲਿਖ ਰਿਹਾ ਹੈ ਉਹ ਗੈਰ ਯਹੂਦੀ ਹਨ, ਪਰ ਇੱਥੇ ਉਹ ਪੁਰਾਣੇ ਨੇਮ ਦੇ ਵਚਨਾਂ ਨਾਲ ਉਹਨਾਂ ਦਾ ਵਰਣਨ ਕਰਦਾ ਹੈ ਕਿ ਕਿਵੇਂ ਪਰਮੇਸ਼ਵਰ ਨੇ ਇਸਰਾਇਲ ਦੇ ਲੋਕਾਂ ਅਬਰਾਹਮ ਦੇ ਪਰਿਵਾਰ ਨੂੰ ਚੁਣਿਆ, ਜੋ ਆਪ ਇੱਕ ਗੁਲਾਮ ਅਤੇ ਭਟਕਣ ਵਾਲਾ ਸੀ। ਇਹ ਇੱਕ ਪ੍ਰਮੁੱਖ ਰਣਨੀਤੀ ਹੈ ਜੋ ਪਤਰਸ ਪੂਰੀ ਪੱਤਰੀ ਵਿੱਚ ਦੁਹਰਾਉਂਦਾ ਹੈ। ਉਹ ਚਾਹੁੰਦਾ ਹੈ ਕਿ ਸਤਾਏ ਜਾ ਰਹੇ ਗੈਰ ਯਹੂਦੀ ਮਸੀਹੀ ਇਸ ਗੱਲ ਨੂੰ ਸਮਝਣ ਕਿ ਯਿਸੂ ਦੇ ਜ਼ਰੀਏ ਉਹ ਹੁਣ ਅਬਰਾਹਮ ਦੇ ਘਰਾਣੇ ਦੇ ਹਨ ਅਤੇ ਇਸ ਲਈ ਉਹ ਉਸ ਦੀ ਤਰ੍ਹਾਂ ਖਿੰਡੇ ਹੋਏ ਭਟਕ ਰਹੇ ਹਨ। ਉਹਨਾਂ ਨੂੰ ਗਲਤ ਸਮਝਿਆ ਜਾ ਰਿਹਾ ਹੈ, ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਉਹ ਵਾਅਦਾ ਕੀਤੇ ਹੋਏ ਦੇਸ਼ ਵਿੱਚ ਆਪਣਾ ਅਸਲ ਘਰ ਲੱਭ ਰਹੇ ਹਨ। ਪਤਰਸ ਇਸ ਵਿਚਾਰ ਨੂੰ ਸ਼ੁਰੂਆਤੀ ਗੀਤ ਵਿੱਚ ਜਾਰੀ ਰੱਖਦਾ ਹੈ। ਉਹ ਪਰਮੇਸ਼ਵਰ ਦੀ ਵਡਿਆਈ ਕਰਦਾ ਹੈ ਕਿ ਉਹ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਯਿਸੂ ਦੇ ਜੀ ਉੱਠਣ ਦੇ ਜ਼ਰੀਏ ਲੋਕਾਂ ਨੂੰ ਨਵੇਂ ਜਨਮ ਦੀ ਜੀਵਿਤ ਆਸ ਦਿੰਦਾ ਹੈ। ਪਰਮੇਸ਼ਵਰ ਸਾਰੇ ਲੋਕਾਂ ਨੂੰ ਯਿਸੂ ਦੇ ਆਸ-ਪਾਸ ਕੇਂਦਰਿਤ ਇੱਕ ਨਵੇਂ ਪਰਿਵਾਰ ਵਿੱਚ ਬੁਲਾ ਰਿਹਾ ਹੈ। ਇਹ ਇੱਕ ਅਜਿਹਾ ਪਰਿਵਾਰ ਹੈ ਜਿਸ ਦੀ ਨਵੀਂ ਪਛਾਣ ਪਰਮੇਸ਼ਵਰ ਦੇ ਪਿਆਰੇ ਬੱਚਿਆਂ ਵਜੋਂ ਹੁੰਦੀ ਹੈ ਅਤੇ ਜਿਨ੍ਹਾਂ ਦੀ ਇਹ ਆਸ ਹੈ ਕਿ ਜਦ ਯਿਸੂ ਇਸ ਸੰਸਾਰ ਦਾ ਪਾਤਸ਼ਾਹ ਹੋ ਕੇ ਆਵੇਗਾ, ਤਦ ਪਰਮੇਸ਼ਵਰ ਦੇ ਪਿਆਰ ਦੁਆਰਾ ਇਹ ਸੰਸਾਰ ਨਵਾਂ ਜਨਮ ਪ੍ਰਾਪਤ ਕਰੇਗਾ। ਅਤੇ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਇਹ ਉਮੀਦ ਹੈ, ਇਹ ਦੁੱਖ ਅਤੇ ਸਤਾਅ ਅਸਲ ਵਿੱਚ ਅਜੀਬ ਸੁਗਾਤਾਂ ਹਨ, ਕਿਉਂਕਿ ਇਹ ਸ਼ੁੱਧ ਕਰਨ ਵਾਲੀ ਅੱਗ ਦੀ ਤਰ੍ਹਾਂ ਝੂਠੀਆਂ ਉਮੀਦਾਂ ਅਤੇ ਭਰਮਾਂ ਨੂੰ ਸਾੜ ਦਿੰਦੇ ਹਨ ਅਤੇ ਇਹ ਸਾਨੂੰ ਸਾਡੇ ਅਸਲ ਘਰ ਦੀ ਯਾਦ ਦਿਵਾਉਂਦੇ ਹਨ। ਇਸ ਲਈ ਜੀਵਨ ਦੀਆਂ ਕਠਿਨਾਈਆਂ ਅਤੇ ਵਿਰੋਧ ਸਾਡੀ ਨਿਸ਼ਚਾ ਨੂੰ ਮਜ਼ਬੂਤ ਕਰਦੇ ਹਨ। ਇਹ ਸਾਡੀ ਨਿਸ਼ਚਾ ਨੂੰ ਸੱਚਾ ਠਹਿਰਾਉਂਦੇ ਹਨ। ਇੱਥੋਂ ਪਤਰਸ ਪੱਤਰੀ ਦੇ ਮੁੱਖ ਭਾਗ ਵੱਲ ਜਾ ਰਿਹਾ ਹੈ, ਪਰ ਉਹ ਇਹਨਾਂ ਸਾਰੇ ਵਿਚਾਰਾਂ ਦੀ ਡੂੰਘਾਈ ਨਾਲ ਖੋਜ ਕਰਨ ਜਾ ਰਿਹਾ ਹੈ। ਇਸ ਲਈ ਉਹ ਪਹਿਲਾਂ ਪਰਮੇਸ਼ਵਰ ਦੇ ਲੋਕਾਂ ਦੀ ਨਵੀਂ ਪਰਿਵਾਰਿਕ ਪਹਿਚਾਣ ਦੇ ਵਿਸ਼ੇ ਬਾਰੇ ਗੱਲ ਕਰਦਾ ਹੈ। ਉਹ ਪੁਰਾਣੇ ਨੇਮ ਦੇ ਇਸਰਾਇਲ ਦੇ ਘਰਾਣੇ ਦਾ ਯਾਦਗਾਰੀ ਚਿੱਤਰ ਪੇਸ਼ ਕਰਦਾ ਹੈ, ਫਿਰ ਉਹਨਾਂ ਨੂੰ ਇਹਨਾਂ ਗੈਰ ਯਹੂਦੀ ਮਸੀਹਾਂ ਤੇ ਲਾਗੂ ਕਰਦਾ ਹੈ। ਉਹਨਾਂ ਇਸਰਾਇਲੀਆਂ ਦੀ ਤਰ੍ਹਾਂ ਜਿਨ੍ਹਾਂ ਨੇ ਮਿਸਰ ਨੂੰ ਛੱਡਿਆ, ਉਹਨਾਂ ਨੂੰ ਵੀ ਇੱਕ ਨਵੀਂ ਆਸ ਲਈ ਆਪਣੀ ਪੁਰਾਣੀ ਜੀਵਨ ਸ਼ੈਲੀ ਨੂੰ ਛੱਡਣ ਲਈ ਕਮਰ ਕੱਸ ਲੈਣੀ ਚਾਹੀਦੀ ਹੈ। ਹੁਣ ਉਹ ਪਰਮੇਸ਼ਵਰ ਦੇ ਪਵਿੱਤਰ ਲੋਕ ਹਨ ਜਿਹੜੇ ਉਜਾੜ ਵਿੱਚੋਂ ਦੀ ਲੰਘ ਰਹੇ ਹਨ। ਉਹ ਨਵੇਂ ਕੂਚ ਦੇ ਲੋਕ ਹਨ ਜਿਨ੍ਹਾਂ ਨੂੰ ਯਿਸੂ ਦੇ ਲਹੂ ਦੁਆਰਾ ਛੁਟਕਾਰਾ ਦਿੱਤਾ ਗਿਆ ਹੈ, ਜੋ ਪਸਾਹ ਦਾ ਲੇਲਾ ਹੈ। ਇਹ ਨਵੇਂ ਨੇਮ ਦੇ ਲੋਕ ਹਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਬਚਨ ਨੂੰ ਆਪਣੇ ਅੰਦਰ ਗਹਿਰਾਈ ਨਾਲ ਵਸਾਇਆ ਹੋਇਆ ਹੈ। ਉਹਨਾਂ ਦੇ ਦਿਲ ਬਹਾਲ ਕੀਤੇ ਗਏ ਹਨ ਅਤੇ ਉਹਨਾਂ ਦੇ ਵਿਚਾਰਾਂ ਨੂੰ ਨਵਾਂ ਕੀਤਾ ਗਿਆ ਹੈ। ਉਹ ਨਵੀਂ ਹੈਕਲ ਹਨ ਜਿਸ ਦਾ ਨਿਰਮਾਣ ਖੁਦ ਯਿਸੂ ਦੀ ਨੀਂਹ ਉੱਤੇ ਹੋਇਆ ਹੈ ਅਤੇ ਉਹ ਜਾਜਕਾਂ ਦਾ ਨਵਾਂ ਸਮਾਜ ਹਨ ਜੋ ਕੌਮਾਂ ਵਿੱਚ ਉਸ ਦੇ ਨੁਮਾਇੰਦਿਆਂ ਵਜੋਂ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਨ। ਹੁਣ ਇਹਨਾਂ ਸਤਾਏ ਗਏ ਗੈਰ ਯਹੂਦੀ ਮਸੀਹਾਂ ਉੱਤੇ ਇਹ ਸਾਰੀਆਂ ਹੈਰਾਨੀਜਨਕ ਤਸਵੀਰਾਂ ਲਾਗੂ ਕਰਨ ਦੁਆਰਾ ਪਤਰਸ ਉਹਨਾਂ ਦੇ ਦੁੱਖ ਨੂੰ ਬਿਲਕੁਲ ਨਵੀਂ ਕਹਾਣੀ ਦੀ ਤਰ੍ਹਾਂ ਪੇਸ਼ ਕਰਦਾ ਹੈ। ਇਹ ਸਾਨੂੰ ਅਗਲੇ ਭਾਗ ਵੱਲ ਲੈ ਜਾਂਦਾ ਹੈ। ਉਹਨਾਂ ਦਾ ਸਤਾਅ ਅਸਲ ਵਿੱਚ ਇਸ ਸੰਸਾਰ ਵਿੱਚ ਉਹਨਾਂ ਦੇ ਮਿਸ਼ਨ ਨੂੰ ਸਪਸ਼ਟ ਕਰਦਾ ਹੈ
ਤਾਂ ਕਿ ਉਹ ਸਾਰੀਆਂ ਕੌਮਾਂ ਵਿੱਚ ਪਰਮੇਸ਼ਵਰ ਦੀ ਦਇਆ ਬਾਰੇ ਗਵਾਹ ਬਣਨ। ਇਸ ਲਈ ਪਤਰਸ ਸਭ ਤੋਂ ਪਹਿਲਾਂ ਉਹਨਾਂ ਨੂੰ ਰੋਮੀ ਸ਼ਾਸਨ ਦੇ ਅਧੀਨ ਹੋਣ ਲਈ ਆਖਦਾ ਹੈ, ਭਾਵੇਂ ਕਿ ਇਹ ਸ਼ਾਸਨ ਉਹਨਾਂ ਤੇ ਜ਼ੁਲਮ ਕਰਦਾ ਹੈ। ਹਾਂ, ਉਹ ਮੰਨਦਾ ਹੈ ਕਿ ਉਹਨਾਂ ਦਾ ਸਤਾ ਅਤੇ ਦੁੱਖ ਬੇਇਨਸਾਫੀ ਹੈ, ਪਰ ਹਿੰਸਾ ਦੁਆਰਾ ਵਿਰੋਧ ਕਰਕੇ ਕੋਈ ਹੱਲ ਨਹੀਂ ਹੋ ਸਕਦਾ। ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਹ ਯਿਸੂ ਦੀਆਂ ਸਿੱਖਿਆਵਾਂ ਨਾਲ ਵਿਸ਼ਵਾਸਘਾਤ ਹੋਵੇਗਾ, ਜਿਸ ਨੇ ਆਪਣੇ ਵੈਰੀਆਂ ਨੂੰ ਮਾਰਨ ਦੀ ਬਜਾਏ ਪਿਆਰ ਕੀਤਾ ਸੀ। ਫਿਰ ਪਤਰਸ ਵਿਸ਼ੇਸ਼ ਤੌਰ ਤੇ ਉਸ ਕਠਿਨ ਸਥਿਤੀ ਨੂੰ ਪੇਸ਼ ਕਰਦਾ ਹੈ ਜਿਸ ਦਾ ਸਾਹਮਣਾ ਮਸੀਹ ਦਾਸਾਂ ਅਤੇ ਪਤਨੀਆਂ ਨੇ ਕੀਤਾ ਜਦੋਂ ਉਹ ਰੋਮੀ ਪਰਿਵਾਰਾਂ ਵਿੱਚ ਰਹਿੰਦੇ ਸਨ, ਜਿੱਥੇ ਘਰਾਣੇ ਦੇ ਮੁਖੀ ਯਿਸੂ ਦੇ ਪੈਰੋਕਾਰ ਨਹੀਂ ਸਨ। ਸਮੱਸਿਆ ਇਹ ਸੀ ਕਿ ਪਰਿਵਾਰ ਦੇ ਸਾਰੇ ਲੋਕਾਂ ਤੋਂ ਇਹ ਉਮੀਦ ਰੱਖੀ ਜਾਂਦੀ ਸੀ ਕਿ ਉਹ ਘਰਾਣੇ ਦੇ ਮੁਖੀ ਦੇ ਦੇਵੀ ਦੇਵਤਿਆਂ ਦੇ ਅਧੀਨ ਹੋਣ ਅਤੇ ਉਹਨਾਂ ਦੀ ਪੂਜਾ ਕਰਨ, ਅਤੇ ਇਸ ਲਈ ਪਤਰਸ ਜਾਣਦਾ ਹੈ ਕਿ ਯਿਸੂ ਪ੍ਰਤੀ ਉਹਨਾਂ ਦੀ ਵਫਾਦਾਰੀ ਦੂਸਰਿਆਂ ਵਿੱਚ ਸ਼ੱਕ ਪੈਦਾ ਕਰੇਗੀ। ਪਤਰਸ ਕਹਿੰਦਾ ਹੈ, ਇਹ ਸੱਚ ਹੈ ਕਿ ਯਿਸੂ ਨੇ ਰੋਮੀ ਪਤਨੀਆਂ ਅਤੇ ਦਾਸਾਂ ਸਮੇਤ ਸਭਨਾਂ ਨੂੰ ਪੂਰੀ ਤਰ੍ਹਾਂ ਨਾਲ ਮੁਕਤ ਕੀਤਾ ਹੈ, ਪਰ ਉਹਨਾਂ ਨੂੰ ਇਸ ਆਜ਼ਾਦੀ ਦਾ ਪ੍ਰਗਟਾਵਾ ਬਗਾਵਤ ਦੁਆਰਾ ਨਹੀਂ, ਸਗੋਂ ਯਿਸੂ ਦੀ ਤਰ੍ਹਾਂ ਬੁਰਾਈ ਦਾ ਸਾਹਮਣਾ ਕਰਕੇ ਕਰਨਾ ਚਾਹੀਦਾ ਹੈ। ਆਪਣੇ ਦੁਸ਼ਮਣਾਂ ਨੂੰ ਪਿਆਰ ਕਰਨਾ ਅਤੇ ਦੂਸਰਿਆਂ ਦੇ ਪ੍ਰਤੀ ਖੁੱਲ੍ਹਦਿਲੀ ਵਿਖਾਉਣ ਦੁਆਰਾ। ਅਤੇ ਜਿਨ੍ਹਾਂ ਘਰਾਂ ਵਿੱਚ ਪਤੀ ਇੱਕ ਮਸੀਹੀ ਹੈ, ਉੱਥੇ ਇਹ ਇੱਕ ਵੱਖਰੀ ਕਹਾਣੀ ਹੈ। ਉਹਨਾਂ ਨੂੰ ਆਪਣੇ ਆਸ-ਪਾਸ ਦੇ ਰੋਮੀ ਪਰਿਵਾਰਾਂ ਦੀ ਤੁਲਨਾ ਵਿੱਚ ਆਪਣੀਆਂ ਪਤਨੀਆਂ ਨਾਲ ਬਿਲਕੁਲ ਵੱਖਰਾ ਵਿਵਹਾਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪਰਮੇਸ਼ਵਰ ਦੇ ਅੱਗੇ ਬਰਾਬਰ ਦਾ ਦਰਜਾ ਦੇਣਾ ਜੋ ਆਦਰ ਅਤੇ ਸਨਮਾਨ ਦੇ ਯੋਗ ਹਨ। ਪਤਰਸ ਨੂੰ ਉਮੀਦ ਹੈ ਕਿ ਯਿਸੂ ਦੇ ਪਿਆਰ ਅਤੇ ਉਥਲ-ਪੁਥਲ ਵਾਲੇ ਰਾਜ ਦੀ ਰੀਸ ਕਰਨਾ ਉਹਨਾਂ ਦੀ ਗੱਲਬਾਤ ਨੂੰ ਤਾਕਤ ਦੇਵੇਗੀ, ਕਿਉਂਕਿ ਉਹ ਪਰਮੇਸ਼ਵਰ ਦੀ ਦਇਆ ਦੇ ਗਵਾਹ ਬਣ ਕੇ ਲੋਕਾਂ ਨੂੰ ਯਿਸੂ ਦੇ ਮਾਰਗ ਦੀ ਉੱਤਮ ਸੱਚਾਈ ਨੂੰ ਪ੍ਰਗਟ ਕਰਨ। ਪਰ ਪਤਰਸ ਇੱਕ ਯਥਾਰਥਵਾਦੀ ਵੀ ਸੀ। ਉਹ ਜਾਣਦਾ ਹੈ ਕਿ ਮਸੀਹ ਸਤਾਏ ਜਾਣਗੇ ਅਤੇ ਇਸ ਲਈ ਉਹ ਉਹਨਾਂ ਨੂੰ ਉਹਨਾਂ ਦੇ ਭਵਿੱਖ ਦੇ ਛੁਟਕਾਰੇ ਵਿਖੇ ਯਾਦ ਕਰਾਉਂਦਾ ਹੈ। ਉਹ ਯਾਦ ਕਰਾਉਂਦਾ ਹੈ ਕਿ ਕਿਵੇਂ ਯਿਸੂ ਖੁਦ ਦੁਸ਼ਟ ਮਨੁੱਖੀ ਅਧਿਕਾਰਾਂ ਦੁਆਰਾ ਬੇਇਨਸਾਫੀ ਨਾਲ ਸਤਾਇਆ ਗਿਆ ਅਤੇ ਮਾਰਿਆ ਗਿਆ, ਪਰ ਅਸਲ ਵਿੱਚ ਉਹ ਆਪਣੇ ਵੈਰੀਆਂ ਦੇ ਪਾਪਾਂ ਲਈ ਮਰ ਰਿਹਾ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਦੋਸ਼ ਰਹਿਤ ਠਹਿਰਾਇਆ ਗਿਆ ਅਤੇ ਪਵਿੱਤਰ ਆਤਮਾ ਦੁਆਰਾ ਉਹਨਾਂ ਨੂੰ ਜਿਉਂਦਾ ਕੀਤਾ ਗਿਆ। ਹੁਣ ਯਿਸੂ ਇੱਕ ਰਾਜਾ ਦੇ ਤੌਰ ਤੇ ਸਾਰੀਆਂ ਮਨੁੱਖੀ ਅਤੇ ਆਤਮਿਕ ਸ਼ਕਤੀਆਂ ਤੋਂ ਉੱਚਾ ਉਠਾਇਆ ਗਿਆ। ਫਿਰ ਪਤਰਸ ਦੱਸਦਾ ਹੈ ਕਿ ਬਪਤਿਸਮਾ ਕਿਸ ਤਰ੍ਹਾਂ ਯਿਸੂ ਦੇ ਪੈਰੋਕਾਰਾਂ ਲਈ ਇੱਕ ਛੁਟਕਾਰੇ ਦਾ ਪ੍ਰਤੀਕ ਹੈ। ਨੂਹ ਵਾਂਗ ਉਹ ਪਾਣੀਆਂ ਦੇ ਵਿੱਚੋਂ ਦੀ ਬਚਾਏ ਗਏ ਹਨ, ਕਿਸੇ ਜਾਦੂ ਦੀ ਵਿਧੀ ਰਾਹੀਂ ਨਹੀਂ, ਬਲਕਿ ਇੱਕ ਪਵਿੱਤਰ ਪ੍ਰਤੀਕ ਵਜੋਂ ਜੋ ਉਹਨਾਂ ਦੇ ਦਿਲ ਦੇ ਪਰਿਵਰਤਨ ਅਤੇ ਯਿਸੂ ਦੀ ਮੌਤ ਅਤੇ ਉਸ ਦੇ ਜੀ ਉੱਠਣ ਵਿੱਚ ਸ਼ਾਮਿਲ ਹੋਣ ਦੀ ਇੱਛਾ ਨੂੰ ਦਰਸਾਉਂਦਾ ਹੈ। ਅਤੇ ਇਸ ਲਈ ਹੁਣ ਭਾਵੇਂ ਯਿਸੂ ਦੇ ਪਿੱਛੇ ਚੱਲਣ ਕਾਰਨ ਉਹਨਾਂ ਦਾ ਕਤਲ ਵੀ ਕਿਉਂ ਨਾ ਹੋ ਜਾਵੇ, ਉਹਨਾਂ ਦੀ ਉਮੀਦ ਉਹਨਾਂ ਦੇ ਛੁਟਕਾਰੇ ਅਤੇ ਆਪਣੇ ਪਾਤਸ਼ਾਹ ਦੇ ਨਾਲ ਭਵਿੱਖ ਦੀ ਮਹਿਮਾ ਵਿੱਚ ਹੋਵੇਗੀ। ਇਹ ਪਤਰਸ ਨੂੰ ਅੰਤਿਮ ਦੌਰ ਵੱਲ ਲੈ ਜਾਂਦਾ ਹੈ। ਉਹ ਯਿਸੂ ਦੇ ਸ਼ਬਦਾਂ ਨੂੰ ਚੇਤੇ ਕਰਦਾ ਹੈ ਕਿ ਉਸ ਦੇ ਚੇਲੇ ਸਤਾਏ ਜਾਣ ਨੂੰ ਆਦਰ ਅਤੇ ਆਨੰਦ ਦੀ ਗੱਲ ਸਮਝਣ, ਜਿਵੇਂ ਉਸ ਨੂੰ ਸਤਾਇਆ ਗਿਆ ਸੀ। ਫਿਰ ਪਤਰਸ ਨੇ ਕਲੀਸਿਆ ਦੇ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਪੀੜਿਤ ਮਸੀਹਾਂ ਦੀ ਦੇਖਭਾਲ ਕਰਨ ਅਤੇ ਉਸੇ ਤਰ੍ਹਾਂ ਦੀ ਦਾਸ ਰੂਪੀ ਅਗਵਾਈ ਕਰਨ ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨਾਲ ਕੀਤੀ ਸੀ। ਅਤੇ ਅੰਤ ਵਿੱਚ ਪਤਰਸ ਨੇ ਇਹਨਾਂ ਮਸੀਹਾਂ ਨੂੰ ਉਹਨਾਂ ਅਸਲ ਦੁਸ਼ਮਣਾਂ ਬਾਰੇ ਯਾਦ ਦਿਵਾਇਆ ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ। ਇਹ ਦੁਸ਼ਮਣੀ ਸਿਰਫ ਸੱਭਿਆਚਾਰਕ ਜਾਂ ਰਾਜਨੀਤਿਕ ਨਹੀਂ ਹੈ। ਅੰਧਕਾਰ ਦੀਆਂ ਆਤਮਿਕ ਸ਼ਕਤੀਆਂ ਕਿਰਿਆਸ਼ੀਲ ਹਨ ਜੋ ਨਫ਼ਰਤ ਅਤੇ ਹਿੰਸਾ ਨੂੰ ਪ੍ਰੇਰਿਤ ਕਰਦੀਆਂ ਹਨ, ਅਤੇ ਉਹਨਾਂ ਨੇ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਪ੍ਰਤੀ ਵਫਾਦਾਰ ਰਹਿ ਕੇ ਇਸ ਬੁਰਾਈ ਦਾ ਸਾਹਮਣਾ ਕਰਨਾ ਹੈ, ਇਸ ਉਮੀਦ ਨਾਲ ਕਿ ਉਹ ਆਪਣੀ ਆਮਦ ਵੇਲੇ ਇਸ ਬੁਰਾਈ ਤੇ ਆਖਰੀ ਜਿੱਤ ਪ੍ਰਾਪਤ ਕਰੇਗਾ। ਪਤਰਸ ਪਰਮੇਸ਼ਵਰ ਦੁਆਰਾ ਸ਼ਕਤੀ ਲਈ ਪ੍ਰਾਰਥਨਾ ਨਾਲ ਸਮਾਪਤ ਕਰਦਾ ਹੈ। ਉਹ ਰੋਮ ਦੀ ਕਲੀਸਿਆ ਤੋਂ ਨਮਸਕਾਰ ਆਖਦਾ ਹੈ, ਜਿਸ ਨੂੰ ਉਹ ਬਾਬੁਲ ਆਖਦਾ ਹੈ। ਹੁਣ ਇਹ ਵਧੀਆ ਹੈ। ਇੱਥੇ ਪਤਰਸ ਪੁਰਾਣੇ ਨੇਮ ਦੇ ਨਬੀਆਂ ਦੀ ਪਰੰਪਰਾ ਨੂੰ ਅਪਣਾ ਰਿਹਾ ਹੈ। ਇਸ ਲਈ ਬਾਬੁਲ ਨਾਮ ਕਿਸੇ ਵੀ ਅਤੇ ਹਰ ਭ੍ਰਿਸ਼ਟ ਰਾਸ਼ਟਰ ਲਈ ਇੱਕ ਪੁਰਾਤੱਤਵ ਬਣ ਗਿਆ। ਰੋਮ ਇੱਕ ਨਵਾਂ ਬਾਬੁਲ ਬਣ ਗਿਆ ਹੈ ਅਤੇ ਇਸ ਦਾ ਸਾਮਰਾਜ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਦੇ ਲੋਕ ਹੁਣ ਨਵੀਂ ਸ੍ਰਿਸ਼ਟੀ ਵਿੱਚ ਉਹਨਾਂ ਦੇ ਅਸਲ ਘਰ ਤੋਂ ਖਿੰਡੇ ਹੋਏ ਰਹਿ ਰਹੇ ਹਨ। ਪਤਰਸ ਦੀ ਪਹਿਲੀ ਪੱਤਰੀ ਦੁੱਖ ਦੇ ਬਾਵਜੂਦ ਮਸੀਹੀ ਉਮੀਦ ਦੀ ਸ਼ਕਤੀਸ਼ਾਲੀ ਯਾਦ ਦਿਵਾਉਂਦੀ ਹੈ। ਸ਼ੁਰੂ ਤੋਂ ਹੀ ਪਰਮੇਸ਼ਵਰ ਦੇ ਲੋਕ ਗਲਤ ਸਮਝੀ ਜਾਣ ਵਾਲੀ ਘੱਟ ਗਿਣਤੀ ਰਹੇ ਹਨ ਅਤੇ ਉਹਨਾਂ ਨੂੰ ਦੁਸ਼ਮਣੀ ਦਾ ਸਾਹਮਣਾ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਇੱਕ ਵੱਖਰੇ ਰਾਜੇ ਯਿਸੂ ਦੇ ਸ਼ਾਸਨ ਅਧੀਨ ਰਹਿਣ ਦੀ ਚੋਣ ਕੀਤੀ ਹੈ। ਹਾਲਾਂਕਿ ਸਤਾ ਕਲੀਸਿਆ ਲਈ ਇੱਕ ਅਜੀਬ ਤੋਹਫਾ ਬਣ ਸਕਦਾ ਹੈ, ਕਿਉਂਕਿ ਇਹ ਦੂਜਿਆਂ ਨੂੰ ਯਿਸੂ ਦੀ ਹੈਰਾਨੀਜਨਕ ਖੁੱਲ੍ਹਦਿਲੀ ਅਤੇ ਪਿਆਰ ਨੂੰ ਵਿਖਾਉਣ ਦਾ ਮੌਕਾ ਦਿੰਦਾ ਹੈ, ਜੋ ਉਸ ਦੀ ਵਾਪਸੀ ਦੀ ਉਮੀਦ ਕਾਰਨ ਮਜ਼ਬੂਤ ਬਣਿਆ ਰਹਿੰਦਾ ਹੈ। ਪਹਿਲਾ ਪਤਰਸ ਇਸੇ ਸਭ ਦੇ ਬਾਰੇ ਹੈ।